ਉਹ ਤਾਨਪੂਰਾ ਜਿਹੜਾ ਮੈਨੂਅਲ ਤਾਨਪੂਰਾ ਲੱਕੜ ਦਾ, ਉਹਨੂੰ ਸੁਰ ਕਰਨਾ ਹੀ ਬੜਾ ਮੁਸ਼ਕਿਲ ਹੈ। ਹੁਣ ਤਾਂ ਬਿਲਕੁਲ ਸੁਰ ਹੋਇਆ ਮਿਲ ਜਾਂਦਾ ਨਾ, ਉਹ ਸੌਖਾ ਕੰਮ ਹੈ। ਅਤੇ ਉਹ ਤਾਨਪੂਰੇ ਨਾਲ ਟੈਸਟ ਹੁੰਦਾ, ਪਰ ਉਹਦੇ ਨਾਲ ਰਾਗੀ ਆਵਾਜ਼ਾਂ ਜ਼ਰੂਰ ਰੱਖ ਸਕਦੇ ਆ। ਇਹ ਸਰਾਸਰ ਰਾਗੀ ਸਿੰਘਾਂ ਦੇ ਨਾਲ ਧੱਕਾ ਆ। ਇੱਕਦਮ ਕਿੱਦਾਂ ਆ ਗਿਆ ਇਹ ਸਵਾਲ ਕਿ ਇਹਦੇ 'ਤੇ ਪਾਬੰਦੀ ਲਾ ਦਿੱਤੀ ਜਾਵੇ। ਤਬਲਾ ਤਾਂਤੀ ਸਾਜੇ ਨਹੀਂ ਹੁੰਦਾ, ਫਿਰ ਗਾਂ ਤਬਲੇ ਨੂੰ ਜੇ ਬਾਹਰ ਕਰ ਦਿੱਤਾ ਜਾ ਛਿੱਦਰ ਹੀ ਛੇੜਨੀ ਹੈ ਨਾ ਜੀ, ਕੋਈ ਪੁਆਇੰਟ ਹੀ ਖੜਾ ਕਰਨਾ ਨਾ। ਕਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ DGPC ਕਹਿੰਦੇ ਆ, ਉਹਨਾਂ ਨੇ ਵੀ ਇਹ ਫਰਮਾਨ ਜਾਰੀ ਕਰ ਦਿੱਤਾ। ਸਰੰਗੀ ਨਹੀਂ, ਸਰੰਗੀ ਨੂੰ ਕਹਿੰਦੇ ਜੀ ਉਹ ਕਈ ਕਾਰਨਾਂ ਕਰਕੇ ਭਈ ਇਹ ਰਾਗ ਸੰਗੀਤਾ ਦਾ ਬਹੁਤ ਉੱਚਾ ਸਥਾਨ ਹੈ, ਪਰ ਇਹਦਾ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਕੀਰਤਨ ਕਰਨ ਦੇਣਾ। ਪਰ ਤਰਕ ਇਹ ਹੈ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰੰਗੀ ਨਾਲ ਸਰੰਗੀ ਦੇ ਨਾਲ ਢਾਡੀ ਵਾਰਾਂ ਦਾ ਗਾਇਨ ਹੋ ਸਕਦਾ, ਅਤੇ ਫਿਰ ਉਹ ਮੇਰੇ ਹਿਸਾਬ ਨਾਲ ਕੋਈ ਉਹਦੇ 'ਤੇ ਪਾਬੰਦੀ ਲਾਉਣ ਦੀ ਕੋਈ ਬਹੁਤੀ ਤੁਕ ਨਹੀਂ ਰਹਿ ਜਾਂਦੀ। ਇੱਕ ਸਮਾਂ ਐਸਾ ਆਇਆ ਸੀ ਜੀ ਜਦੋਂ ਬੀਬੀ ਜਗੀਰ ਕੌਰ ਨੇ ਮਨ ਬਣਾ ਲਿਆ ਸੀ, ਜਦੋਂ ਪ੍ਰਧਾਨ ਬਣੇ ਪਹਿਲੀ ਵਾਰੀ, ਵੀ ਬੀਬੀਆਂ ਨੂੰ ਕੀਰਤਨ ਦਾ ਜਿਹੜਾ ਅਧਿਕਾਰ ਦੇਣਾ ਚਾਹੀਦਾ। ਦੇਖੋ, ਲੰਗਰ ਪਕਾਉਣ ਤਾਂ ਬੀਬੀਆਂ, ਠੀਕ ਹੈ ਜੀ, ਸੇਵਾ ਕਰਨ ਤਾਂ ਬੀਬੀਆਂ, ਅਤੇ ਬਾਕੀ ਸਾਰੇ ਕੰਮਾਂ 'ਚ ਭਾਂਡੇ ਬਰਤਨ ਸਾਫ਼ ਕਰਨ ਤਾਂ ਬੀਬੀਆਂ। 100 ਦੇ ਕਰੀਬ ਜਥਾ ਹਰਿਮੰਦਰ ਸਾਹਿਬ 'ਚ ਇਸ ਵੇਲੇ ਹੈ, ਜਦ ਕਿ 8.5 ਘੰਟੇ ਕੀਰਤਨ ਹੁੰਦਾ। ਮੈਂ ਉਹ ਸਮਾਂ ਵੀ ਦੇਖਿਆ ਸੁਨਹਿਰੀ, ਜਦੋਂ ਹਰਿਮੰਦਰ ਸਾਹਿਬ ਵਿੱਚ ਇੰਨੀ ਸੇਵਾ ਲਈ ਸਿਰਫ 11 ਰਾਗੀ ਜਥੇ ਹੁੰਦੇ ਸੀ। 47 ਤੱਕ ਨੇ ਨਾ ਜੀ ਜਿਹੜਾ ਕੀਰਤਨ ਸੀਗਾ ਉਹ ਰਬਾਬੀ ਕਰਦੇ ਹੁੰਦੇ ਸੀ ਹਰਿਮੰਦਰ ਸਾਹਿਬ 'ਚ। ਰਬਾਬੀ ਇਸ ਕਰਕੇ ਕਰਦੇ ਸੀ ਕਿ ਉਹ ਭਾਈ ਮਰਦਾਨੇ ਦੀ ਅੰਸ਼-ਵੰਸ਼ ਚੱਲੀ ਆਉਂਦੀ ਸੀ ਸਾਰੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV। ਮੈਂ ਹਾਂ ਗੁਰਪ੍ਰੀਤ ਡੈਨੀ। ਪਿਛਲੇ ਦਿਨੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਹੁਣ ਤਾਂਤੀ ਸਾਜ਼ਾਂ ਦੇ ਨਾਲ ਜਿਹੜਾ ਗੁਰਮੁਖ ਸੰਗੀਤ ਜਾਂ ਕੀਰਤਨ ਹੈ ਉਹ ਹੋਵੇਗਾ। ਹਾਰਮੋਨੀਅਮ ਨੂੰ 3 ਸਾਲ ਦੇ ਵਿੱਚ ਜਿਹੜਾ ਉਹ ਦਰਬਾਰ ਸਾਹਿਬ ਤੋਂ ਬਾਹਰ ਜਿਹੜਾ ਉਹ ਕਰ ਦਿੱਤਾ ਜਾਵੇਗਾ, ਕਿਉਂਕਿ ਤਾਂਤੀ ਸਾਜ਼ਾਂ ਦੇ ਨਾਲ ਜਿਹੜਾ ਸੰਗੀਤ ਹੈ, ਜਿਹੜਾ ਕੀਰਤਨ ਹੈ, ਉਹ ਰਾਗੀ ਸਿੰਘ ਕਰਿਆ ਕਰਨਗੇ। ਸਾਡੇ ਨਾਲ ਤੀਰ ਸਿੰਘ ਢਿੱਲੋਂ ਨੇ ਗੁਰਮਤ ਸੰਗੀਤ ਨੂੰ ਬਹੁਤ ਬਖੂਬੀ ਸਮਝਦੇ ਨੇ, ਬੜੀ ਰਿਸਰਚ ਹੈ ਉਹਨਾਂ ਦੀ, ਗੱਲਬਾਤ ਕਰਾਂਗੇ। ਸਰ, ਸਵਾਗਤ ਹੈ ਜੀ। ਮਿਹਰਬਾਨੀ ਜੀ ਡੈਨੀ ਜੀ। ਕਿ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ? ਹਾਰਮੋਨੀਅਮ ਬਾਹਰ ਜਿਹੜਾ ਕਰ ਦੇਣਾ ਕਹਿੰਦੇ, ਅਤੇ ਤਾਂਤੀ ਸਾਜ਼ਾਂ ਨੂੰ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਇਹ ਜਿਹੜਾ ਜੀ ਹੈਗਾ ਬਿਆਨ ਆਇਆ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ, ਅਤੇ ਉਹਨਾਂ ਨੇ ਕਿਹਾ ਵੀ 3 ਸਾਲ ਦਾ ਸਮਾਂ ਦਿੱਤਾ, ਕਿ 3 ਸਾਲ ਦੇ ਵਿੱਚ ਪ੍ਰਧਾਨ ਸਾਹਿਬ ਨੇ ਵੀ ਇੰਡੋਰਸਮੈਂਟ ਕੀਤੀ ਆ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ, ਕਿ 3 ਸਾਲ ਦੇ ਸਮੇਂ ਦੇ ਵਿੱਚ ਸਹਿਜੇ ਜਿਹੜਾ ਉਹ ਹਾਰਮੋਨੀਅਮ ਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ ਦੇ ਉੱਤੇ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਜਿਹੜਾ ਉਹ ਹੋਇਆ ਕਰੂਗਾ ਹਰਿਮੰਦਰ ਸਾਹਿਬ ਦੇ ਵਿੱਚ। ਉਹ ਕਹਿੰਦੇ ਵੀ ਇਸ ਵੇਲੇ ਸਾਡੇ ਕੋਲ 3 ਕੁ ਜਥੇ ਆ ਕੁੱਲ। ਮੈਂ ਤੁਹਾਨੂੰ ਦੱਸਦੇ ਹਾਂ ਕਿ ਤਕਰੀਬਨ 100 ਦੇ ਕਰੀਬ ਜਥਾ ਹਰਿਮੰਦਰ ਸਾਹਿਬ 'ਚ ਇਸ ਵੇਲੇ ਹੈ, ਜਦ ਕਿ 8.5 ਘੰਟੇ ਕੀਰਤਨ ਹੁੰਦਾ। ਮੈਂ ਉਹ ਸਮਾਂ ਵੀ ਦੇਖਿਆ ਸੁਨਹਿਰੀ, ਜਦੋਂ ਹਰਿਮੰਦਰ ਸਾਹਿਬ ਵਿੱਚ ਇੰਨੀ ਸੇਵਾ ਲਈ ਸਿਰਫ 11 ਰਾਗੀ ਜਥੇ ਹੁੰਦੇ ਸੀ, ਔਰ 11 ਰਾਗੀ ਜਥੇ ਵੀ ਇੱਕ ਤੋਂ ਇੱਕ ਚੜ੍ਹਦੇ ਹੁੰਦੇ ਸੀ। ਹੁਣ 80 ਦੇ ਕਰੀਬ ਨੇ, 100 ਦੇ ਕਰੀਬ ਕਹਿ ਲਓ, ਜੇ ਗਿਣਤੀ ਕਰ ਲਈ, ਜਿਹੜੇ ਕਈ ਵਾਰੀ ਨਹੀਂ ਵੀ ਡਿਊਟੀ ਕਰਦੇ, ਅਤੇ ਕਈ ਦਿਨ ਡਿਊਟੀ ਨਹੀਂ ਆਉਂਦੀ। ਹੁਣ ਜਿੱਥੋਂ ਤੱਕ ਇਸ ਗੱਲ ਦਾ ਸੰਬੰਧ ਹੈ, ਇਹਦੇ ਨਾਲ ਇੱਕ ਨਵਾਂ ਵਿਵਾਦ ਛਿੜ ਗਿਆ। ਅੱਜ ਰਾਗੀ ਸਭਾ ਜਿਹੜੀ ਆ ਹਰਿਮੰਦਰ ਸਾਹਿਬ ਦੇ ਰਾਗੀਆਂ ਦੀ, ਜਿਹਦੇ ਮੁਖੀ ਇਸ ਵੇਲੇ ਭਾਈ ਓਂਕਾਰ ਸਿੰਘ ਜੀ ਨੇ, ਅਤੇ ਉਹਨਾਂ ਦੇ ਨਾਲ ਭਾਈ ਗੁਰਦੇਵ ਸਿੰਘ ਕੁਹਾੜਕਾ, ਜਿਹੜੇ ਹਰ ਸਮੇਂ ਆਵਾਜ਼ ਉਠਾਉਂਦੇ ਰਹਿੰਦੇ ਆ, ਉਹਨਾਂ ਨੇ ਵੀ ਆਵਾਜ਼ੇ ਬੁਲੰਦ ਦੀ ਗੱਲ ਕਹੀ ਆ ਕਿ ਇਹ ਸਰਾਸਰ ਰਾਗੀ ਸਿੰਘਾਂ ਦੇ ਨਾਲ ਧੱਕਾ ਆ, ਕਿਉਂਕਿ ਇੰਨੇ ਸਾਲਾਂ ਤੋਂ 1947 ਤੱਕ ਨੇ ਨਾ ਜੀ ਜਿਹੜਾ ਕੀਰਤਨ ਸੀਗਾ ਉਹ ਰਬਾਬੀ ਕਰਦੇ ਹੁੰਦੇ ਸੀ ਹਰਿਮੰਦਰ ਸਾਹਿਬ 'ਚ। ਰਬਾਬੀ ਇਸ ਕਰਕੇ ਕਰਦੇ ਸੀ ਕਿ ਉਹ ਭਾਈ ਮਰਦਾਨੇ ਦੀ ਅੰਸ਼-ਵੰਸ਼ ਚੱਲੀ ਆਉਂਦੀ ਸੀ ਸਾਰੀ। ਭਾਈ ਮਰਦਾਨਾ ਜੀ ਤੋਂ ਬਾਅਦ ਉਹਨਾਂ ਦੇ ਬੇਟੇ 2 ਭਾਈ ਰਜਾਦਾ ਅਤੇ ਸਜਾਦਾ, ਉਹਨਾਂ ਨੇ ਕੀਰਤਨ ਕੀਤਾ। ਉਸ ਤੋਂ ਬਾਅਦ ਫਿਰ ਭਾਈ ਸੱਤਾ ਅਤੇ ਬਲਵੰਡ, ਉਹਨਾਂ ਨੇ ਕੀਰਤਨ ਕੀਤਾ। ਗੁਰੂ ਅੰਗਦ ਦੇਵ ਜੀ ਦੇ ਵੇਲੇ ਆ ਗਏ ਸੀ ਸ਼ਰਨ ਵਿੱਚ, ਪਰ ਹਰਿਮੰਦਰ ਸਾਹਿਬ ਜਿਹੜਾ ਉਹਨਾਂ ਨੇ ਕੀਰਤਨ ਕੀਤਾ ਉਹ ਗੁਰੂ ਅਰਜਨ ਦੇਵ ਜੀ ਦੇ ਮੌਕੇ 'ਤੇ ਕੀਤਾ। ਜਦੋਂ ਥੋੜ੍ਹੇ ਜਿਹੇ ਕਿਸੇ ਵਿਸ਼ੇ 'ਤੇ ਜਾਂ ਕਾਰਨ ਕਰਕੇ ਉਹ ਨਾਰਾਜ਼ ਹੋ ਗਏ,
ਕਿ ਉਹਨਾਂ ਨੇ ਕੀਰਤਨ ਕੁਝ ਦਿਨ ਬੰਦ ਕਰ ਦਿੱਤਾ। ਉਦੋਂ ਗੁਰੂ ਅਰਜਨ ਦੇਵ ਜੀ ਨੇ ਫਿਰ ਆਪ ਸਰੰਦਾ ਸਾਜ਼ ਲੈ ਕੇ ਸੰਗਤਾਂ ਨੂੰ ਨਾਲ ਜੋੜ ਕੇ ਕੀਰਤਨ ਆਰੰਭ ਕੀਤਾ, ਅਤੇ ਉੱਥੋਂ ਸਿੱਖਾਂ ਨੂੰ ਇਹ ਜਿਹੜੀ ਕੀਰਤਨ ਦੀ ਜਿਹੜੀ ਦਾਤ ਸੀ ਨਾ ਜੀ, ਸ਼ਾਇਦ ਉਹਨਾਂ ਕੋਲ ਹੀ ਰਹਿੰਦੀ, ਰਬਾਬੀਆਂ ਕੋਲ। ਨਹੀਂ, ਇੱਕ ਤਰਕ ਦਿੰਦੇ ਆ, ਕਹਿੰਦੇ ਵੀ ਇਹ ਬ੍ਰਿਟਿਸ਼ ਜਿਹੜਾ ਰਾਜ ਸਮੇਂ ਆਇਆ, ਇਹ ਬ੍ਰਿਟਿਸ਼ ਸਾਜ਼ ਹੈ, ਇਹ ਬਾਹਰ ਦਾ ਅੰਗਰੇਜ਼ਾਂ ਨੇ ਲਿਆਂਦਾ। ਕਿ ਉਹਨਾਂ ਇੰਨੇ ਸਾਲ, ਮਤਲਬ 100 ਸਾਲ ਹੋ ਗਿਆ, ਇੱਕ ਸਦੀ ਹੋ ਗਈ ਹੈ ਵੀ ਉਹਨਾਂ ਸੰਗੀਤ ਹੁੰਦਾ ਹੈ। ਅੱਜ ਆ ਕੇ ਇਸ ਸਮੇਂ ਦੇ ਵਿੱਚ ਅੱਜ ਆ ਕੇ ਇਹੀ ਕਿਉਂ ਲੱਗਦਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਇਹ ਬੰਦ ਕਰ ਦੇਣਾ ਚਾਹੀਦਾ ਹੈ? ਬਿਲਕੁਲ, ਤੁਹਾਡਾ ਸਵਾਲ ਬੜਾ ਵਾਜਬ ਅਤੇ ਜਾਇਜ਼ ਅਤੇ ਬਾਦਲੀਲ ਆ, ਠੋਸ ਆ, ਕਿ ਇੰਨੇ ਸਾਲ ਹੁਣ ਜਿਹੜਾ ਤੁਸੀਂ ਕਿਹਾ, ਜਿਹੜੇ ਪੰਥ ਦੇ ਪ੍ਰਕਾਂਡ ਰਾਗੀ ਜਿਨ੍ਹਾਂ ਨੂੰ ਆਪਾਂ ਗਿਣਦੇ ਹਾਂ, ਜਿਨ੍ਹਾਂ ਨੂੰ ਲਤਾ ਮੰਗੇਸ਼ਕਰ ਨੇ ਵੀ ਨਮਸਕਾਰ ਕੀਤਾ ਕਿਸੇ ਸਮੇਂ, ਭਾਈ ਸੰਤਾ ਸਿੰਘ ਦਿੱਲੀ, ਉਹਨਾਂ ਨੇ ਵੀ ਹਾਰਮੋਨੀਅਮ ਨਾਲ ਹੀ ਗਾਇਆ। ਕੁਛ ਤਾਨਪੁਰੇ ਨੇ ਸ਼ਬਦ ਵੀ ਉਹਨਾਂ ਨੇ ਗਾਇਆ ਵੈਰਾਗ ਦੇ, ਉਹ ਆਮ ਤੌਰ 'ਤੇ ਲੱਗਦੇ ਆ ਆਲ ਇੰਡੀਆ ਰੇਡੀਓ ਕੋਲ ਮਹਿਫੂਜ਼ ਆ, ਜਿਹੜੇ ਕੋਈ ਚਲਾਣਾ ਕਰ ਜਾਂਦਾ ਅਤੇ ਉੱਥੇ ਉਹ ਵਜਾਏ ਜਾਂਦੇ ਆ। ਉਹਨਾਂ ਨੂੰ ਛੱਡ ਕੇ ਬਾਕੀ ਕੀਰਤਨ ਸਾਰਾ ਉਹਨਾਂ ਨੇ ਹਾਰਮੋਨੀਅਮ ਨਾਲ ਹੀ ਕੀਤਾ। ਉਹਨਾਂ ਦੇ ਭਰਾ ਭਾਈ ਸ਼ਮਸ਼ੇਰ ਸਿੰਘ ਜੀ, ਉਹਨਾਂ ਨੇ ਵੀ ਉਹਦੇ ਨਾਲ ਹੀ ਕੀਤਾ। ਉਸ ਤੋਂ ਬਾਅਦ ਸੰਤ ਸੁਜਾਨ ਸਿੰਘ ਜੀ ਬਹੁਤ ਵੱਡੇ ਕੀਰਤਨੀ ਹੈ, ਉਹਨਾਂ ਨੂੰ ਅਪੋਸਲ ਗਿਣਦੇ ਆ ਕੀਰਤਨ ਦੇ ਖੇਤਰ ਵਿੱਚ, ਉਹਨਾਂ ਨੇ ਵੀ ਇਹਦੇ ਨਾਲ ਕੀਤਾ। ਭਾਈ ਸੁਰਜਨ ਸਿੰਘ ਜੀ ਨੇ ਉਹਦੇ ਨਾਲ ਕੀਤਾ, ਭਾਈ ਬਖਸ਼ੀਸ਼ ਸਿੰਘ ਜੀ ਨੇ ਉਹਦੇ ਨਾਲ ਕੀਤਾ, ਭਾਈ ਸਮੁੰਦ ਸਿੰਘ ਜੀ ਨੇ ਉਹਦੇ ਨਾਲ ਕੀਤਾ। ਪ੍ਰੋਫੈਸਰ ਹਰਚੰਦ ਸਿੰਘ ਜੀ ਰਾਗਾਂ ਦੇ ਬਹੁਤ ਧਨੀ ਸੀਗੇ, ਮਹਾਨ, ਜਿਨ੍ਹਾਂ ਨੂੰ ਮੈਂ ਸ਼ਾਹੀ ਮੌਸੀਕੀ ਕਹਿੰਦਾ ਹੁੰਦਾ, ਉਹਨਾਂ ਨੇ। ਭਾਈ ਚੰਨਣ ਸਿੰਘ ਜੀ ਮਜਬੂਰ ਪ੍ਰਿੰਸੀਪਲ ਹੁਸ਼ਿਆਰਪੁਰ ਵਾਲੇ, ਉਹਨਾਂ ਨੇ ਵੀ ਇਹਦੇ ਨਾਲ ਕੀਤਾ। ਪ੍ਰਿੰਸੀਪਲ ਦੀਦਾਰ ਸਿੰਘ ਨੇ ਇਹਦੇ ਨਾਲ ਕੀਤਾ। ਇਸੇ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ, ਜਿਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ, ਉਹਨਾਂ ਨਾਲ। ਭਾਈ ਬਲਬੀਰ ਸਿੰਘ ਜੀ ਹਰਿਮੰਦਰ ਸਾਹਿਬ ਦੇ ਬਹੁਤ ਵੱਡੇ ਰਾਗੀ ਹੋਏ, ਉਹਨਾਂ ਨੇ। ਯਾਨੀ ਜਿੰਨੇ ਵੀ ਰਾਗੀ ਉਦੋਂ ਮੈਂ ਸੁਣਦਾ ਸੀ ਰੇਡੀਓ 'ਤੇ ਵੀ, ਉਹ ਵੀ ਸਾਰੇ। ਹਾਂ, ਇਹ ਜ਼ਰੂਰ ਹੈ ਕਿ ਰੇਡੀਓ 'ਤੇ ਜਿਹੜਾ ਟੈਸਟ ਲਿਆ ਜਾਂਦਾ ਨਾ ਹੁਣ ਵੀ, ਉਹ ਤਾਨਪੂਰੇ ਦੇ ਨਾਲ ਲਿਆ ਜਾਂਦਾ। ਜਦੋਂ ਚੋਣ ਹੁੰਦੀ ਆ, ਉਹ ਸਿਰਫ ਤਾਨਪੂਰਾ ਉੱਥੇ ਆ। ਬਾਕੀ ਜਦੋਂ ਉਹ ਪਰਫਾਰਮ ਕਰਦੇ ਆ, ਉਦੋਂ ਉਹ ਹਾਰਮੋਨੀਅਮ ਨਾਲ ਰੱਖਦੇ ਆ। ਤਾਨਪੁਰਾ ਕਿਹੜਾ, ਇਲੈਕਟ੍ਰੋਨਿਕ ਕਿ ਤਾਨਪੁਰਾ ਦੂਜਾ? ਹੁਣ ਇਲੈਕਟ੍ਰੋਨਿਕ ਦੀ ਤਾਂ ਹੁਣ ਗੱਲ ਚੱਲੀ ਹੈ ਨਾ। ਸਾਡੇ ਮਹਾਨ ਸੰਗੀਤਕਾਰ ਪੰਜਾਬ ਦੇ ਜਿਹੜੇ, ਜਿਨ੍ਹਾਂ ਦਾ ਨਾਂ ਲੈਂਦੇ ਹੀ ਇਹਤਰਾਮ ਨਾਲ ਸਿਰ ਝੁਕ ਜਾਂਦਾ, ਸੰਤ ਸਤਨਾਮ ਸਿੰਘ ਜੀ ਸੱਚਖੰਡ ਵਾਸੀ, ਉਹ ਕਹਿੰਦੇ ਹੁੰਦੇ ਸੀ ਵੀ ਤਾਨਪੁਰਾ ਕੋਈ ਸੁਰ ਕਰਕੇ ਤਾਂ ਦਿਖਾਵੇ। ਤੁਸੀਂ ਠੀਕ ਕਿਹਾ, ਉਹ ਤਾਨਪੂਰਾ ਜਿਹੜਾ ਮੈਨੂਅਲ ਤਾਨਪੂਰਾ ਲੱਕੜ ਦਾ, ਉਹਨੂੰ ਸੁਰ ਕਰਨਾ ਹੀ ਬੜਾ ਮੁਸ਼ਕਿਲ ਹੈ। ਹੁਣ ਤਾਂ ਬਿਲਕੁਲ ਸੁਰ ਹੋਇਆ ਮਿਲ ਜਾਂਦਾ ਨਾ, ਉਹ ਸੌਖਾ ਕੰਮ ਹੈ। ਅਤੇ ਉਹ ਤਾਨਪੁਰੇ ਦਾ ਟੈਸਟ ਹੁੰਦਾ, ਪਰ ਉਹਦੇ ਨਾਲ ਰਾਗੀ ਵਾਜਾ ਜ਼ਰੂਰ ਰੱਖ ਸਕਦੇ ਆ। ਹੁਣ ਗੱਲ ਹੈਗੀ ਇਹ ਕਿ ਇਹ ਜਿਹੜਾ ਵਾਜਾ ਆ, ਇਹ ਜੇ ਇੰਨੇ ਚਿਰਾਂ ਦਾ, ਤੁਹਾਡਾ ਸਵਾਲ ਬੜਾ ਜਾਇਜ਼ ਹੈ, ਕਿ ਜੇ ਇੰਨੇ ਚਿਰਾਂ ਦਾ ਇਹ ਪ੍ਰਚਲਨ ਇਹਦਾ ਸੀਗਾ, ਅਤੇ ਹੁਣ ਇੱਕਦਮ ਕਿੱਦਾਂ ਆ ਗਿਆ ਇਹ ਸਵਾਲ ਕਿ ਇਹਦੇ 'ਤੇ ਪਾਬੰਦੀ ਲਾ ਦਿੱਤੀ ਜਾਵੇ। ਜਿਹੜੇ ਸੰਗੀਤ ਦੇ 3 ਅੰਗ ਹੈ ਨਾ ਜੀ, ਗਾਇਨ, ਵਾਦਨ ਅਤੇ ਨ੍ਰਿਤ ਕਲਾ, ਇਹਨਾਂ ਦੇ ਵਿੱਚ ਇਹ ਜਿਹੜੇ ਸਾਜ਼ ਆ ਨਾ, ਜਾਂ ਸਾਰੇ ਸਾਜ਼ ਆ, ਉਹਨਾਂ ਦੀ ਭੂਮਿਕਾ ਸਹਾਇਕ ਦੀ ਆ। ਸਹਾਇਕ ਦੀ, ਤਾਂਤੀ ਸਾਜ਼ਾਂ ਦੀ, ਜਿਹੜੇ ਤਾਂਤੀ ਸਾਜ਼ਾਂ ਦੀ ਗੱਲ ਕਰਦੇ, ਤਾਂਤੀ ਸਾਜ਼ਾਂ ਦੀ ਸਹਾਇਕ ਦੀ ਭੂਮਿਕਾ ਆ। ਉਹਨਾਂ ਨੇ ਨਾ, ਉਹਨਾਂ ਦਾ ਮੇਨ ਰੋਲ ਨਹੀਂ, ਮੇਨ ਰੋਲ ਤਾਂ ਪਰਫਾਰਮਰ ਦਾ ਨਾ, ਉਹਨਾਂ ਦਾ ਸੈਕੰਡਰੀ ਰੋਲ ਆ। ਇਸ ਕਰਕੇ ਉਹ ਉਦੋਂ ਪਹਿਲਾਂ ਜਦੋਂ ਇਹ 18ਵੀਂ ਸਦੀ 'ਚ ਆਇਆ, ਇਹ ਜਰਮਨ ਸਾਜ਼ ਇਹਨੂੰ ਕਿਹਾ ਜਾਂਦਾ, ਉਸ ਤੋਂ ਪਹਿਲਾਂ ਰਬਾਬੀ ਜਿਹੜੇ ਸੀ, ਉਹ ਸਰੰਦਾ ਅਤੇ ਦਿਲਰਬਾ, ਤਾਊਸ ਅਤੇ ਆਪਣਾ ਜਿਹੜਾ ਸੁਰਮੰਡਲ, ਇਹਨਾਂ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਹੁੰਦੇ ਸੀਗੇ। ਸਰੰਗੀ ਨੂੰ ਕਹਿੰਦੇ ਜੀ, ਉਹ ਕਈ ਕਾਰਨਾਂ ਕਰਕੇ ਭਈ ਇਹ ਰਾਗ ਸੰਗੀਤਾ ਦਾ ਬਹੁਤ ਉੱਚਾ ਸਥਾਨ ਹੈ, ਪਰ ਇਹਦਾ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਕੀਰਤਨ ਕਰਨ ਦੇਣਾ। ਪਰ ਤਰਕ ਇਹ ਹੈ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰੰਗੀ ਨਾਲ ਸਰੰਗੀ ਦੇ ਨਾਲ ਢਾਡੀ ਵਾਰਾਂ ਦਾ ਗਾਇਨ ਹੋ ਸਕਦਾ, ਅਤੇ ਫਿਰ ਉਹ ਮੇਰੇ ਹਿਸਾਬ ਨਾਲ ਕੋਈ ਉਹਦੇ 'ਤੇ ਪਾਬੰਦੀ ਲਾਉਣ ਦੀ ਕੋਈ ਬਹੁਤੀ ਤੁਕ ਨਹੀਂ ਰਹਿ ਜਾਂਦੀ। ਆਪਾਂ ਇੱਥੇ ਗੱਲ ਕਰਦੇ ਹਾਂ ਕਿ ਵੀ ਜੇ ਬੀਬੀਆਂ ਸੰਗੀਤ ਦਰਬਾਰ ਸਾਹਿਬ ਦੇ ਵਿੱਚ ਕਰਦੀਆਂ, ਉਹ ਵੀ ਮੰਗ ਬੜੇ ਲੰਮੇ ਸਮੇਂ ਤੋਂ ਆ ਵੀ ਬੀਬੀਆਂ ਕਿਉਂ ਨਹੀਂ ਕਰ ਸਕਦੀਆਂ ਨਾ, ਕਿ ਹਾਰਮੋਨੀਅਮ ਦੇ ਬਾਹਰ ਕਰਨ ਦਾ ਆ ਗਿਆ ਵੀ ਉਹ ਵੀ ਆਏਗਾ, ਇੱਕ ਦਿਨ ਮੰਗ ਉਹ ਵੀ ਉੱਠ ਸਕਦੀ ਹੈ। ਇਹ ਮੰਗ ਤਾਂ ਬਹੁਤ ਚਿਰਾਂ ਦੀ ਉੱਠ ਰਹੀ ਆ। ਇੱਕ ਸਮਾਂ ਐਸਾ ਆਇਆ ਸੀ ਜੀ, ਜਦੋਂ ਬੀਬੀ ਜਗੀਰ ਕੌਰ ਨੇ ਮਨ ਬਣਾ ਲਿਆ ਸੀ, ਜਦੋਂ ਪ੍ਰਧਾਨ ਬਣੇ ਪਹਿਲੀ ਵਾਰੀ, ਵੀ ਬੀਬੀਆਂ ਨੂੰ ਕੀਰਤਨ ਦਾ ਜਿਹੜਾ ਅਧਿਕਾਰ ਦੇਣਾ ਚਾਹੀਦਾ। ਦੇਖੋ, ਲੰਗਰ ਪਕਾਉਣ ਤਾਂ ਬੀਬੀਆਂ,
ਠੀਕ ਹੈ ਜੀ। ਸੇਵਾ ਕਰਨ ਤਾਂ ਬੀਬੀਆਂ, ਤੇ ਬਾਕੀ ਸਾਰੇ ਕੰਮਾਂ 'ਚ ਭਾਂਡੇ ਬਰਤਨ ਸਾਫ਼ ਕਰਨ ਤਾਂ ਬੀਬੀਆਂ। ਤੇ ਜੇ ਉਹਨਾਂ ਨੂੰ ਕੀਰਤਨ 'ਚ ਪ੍ਰਵੀਨਤਾ ਹੈ ਤਾਂ ਉਹਨਾਂ ਨੂੰ ਕੀਰਤਨ ਵੀ ਬਾਹਰਲੀਆਂ ਸਟੇਜਾਂ 'ਤੇ ਕਰ ਸਕਦੀਆਂ। ਉਹ ਦੇਖੋ ਨਾ, ਬਾਹਰ ਕਰਦੀਆਂ ਹੀ ਆ, ਬਹੁਤ ਬਹੁਤ ਵੱਡੀਆਂ ਕੀਰਤਨਕਾਰ ਇਸਤਰੀ ਕੀਰਤਨਕਾਰ ਹੋਈਆਂ ਨੇ ਜਿਨ੍ਹਾਂ ਨੇ ਨਾਮ ਬੜਾ ਪੈਦਾ ਕੀਤਾ। ਪਰ ਇਹਨਾਂ ਨੇ ਕੋਈ ਇਹੋ ਜਿਹੀ, ਹੁਣ ਮੈਨੂੰ ਇਹਦਾ ਕਾਰਨ ਨਹੀਂ ਪਤਾ ਲੱਗਦਾ ਹਾਲੇ ਤੱਕ ਵੀ ਕੀ ਕਾਰਨ ਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਾਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਤਾਂ ਕਈ ਵਾਰੀ ਕੀਰਤਨ ਸੁਣਨ ਨੂੰ ਮਿਲ ਜਾਂਦਾ, ਪਰ ਸ਼੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਨੂੰ ਹਾਲੇ ਪ੍ਰਵਾਨਗੀ ਨਹੀਂ। ਇਹਦੇ 'ਤੇ ਮੰਗ ਸਮੇਂ-ਸਮੇਂ 'ਤੇ ਉੱਠਦੀ ਰਹਿੰਦੀ ਆ, ਪਰ ਕੋਈ ਸਾਰਥਕ ਸਿੱਟੇ ਹਾਲੇ ਨਿਕਟ ਭਵਿੱਖ 'ਚ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ। ਆਪਾਂ ਉਹਨਾਂ ਦਾ ਫੈਸਲਾ ਦੇਖ ਵੀ ਲੈਂਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿ ਤਾ, ਚਲੋ ਟਰਡੀਸ਼ਨਲ ਹੁੰਦਾ, ਕੋਈ ਵੀ ਸਾਡਾ ਕਲਚਰ ਹੈ ਉਸ ਕੌਮ ਨੇ ਸਾਂਭਣਾ ਹੁੰਦਾ। ਕਿ ਉਹਨਾਂ ਟਰਡੀਸ਼ਨਲ ਜਿਹੜੇ ਸਾਜ਼ ਹੈ ਕਿ ਉਹਨਾਂ ਨੂੰ ਸਿਖਾਉਣ ਲਈ, ਉਹਨਾਂ ਦੀ ਸਿਖਲਾਈ ਲਈ ਕੋਈ ਇਹਨਾਂ ਕੋਲ ਸਕੂਲ ਹੈ ਜਾਂ ਜਿੱਥੇ ਕੋਈ ਕੁਛ ਵਿਦਵਾਨ ਲੋਕ ਹੈ ਜਿਨ੍ਹਾਂ ਨੇ ਉਹ ਸਿਖਾਉਣਾ ਹੈ ਗਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਤਿਆਰ ਕਰਨੀਆਂ? ਹੁਣ ਜਿੱਦਾਂ ਤੁਹਾਡਾ ਸਵਾਲ ਬੜਾ ਵਾਜਬ ਹੈ, ਤੁਹਾਡਾ ਇਸ਼ਾਰਾ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆ, ਭਈ ਜਿਹੜੀ ਤਨਜ਼ੀਮ ਹੈ ਸਿੱਖਾਂ ਦੀ ਸੁਪਰੀਮ, ਉੱਥੇ ਇਹਨਾਂ ਕੋਲ ਅੰਮ੍ਰਿਤਸਰ ਸਾਡੇ ਕੋਲ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਤੇ ਇੱਕ ਸੈਂਟਰ ਸਿੱਖ ਯਤੀਮਖਾਨਾ। ਇਹ ਦੋ ਕੇਂਦਰ ਨੇ ਵੱਡੇ ਜਿਹੜੇ ਸਿਖਾਉਂਦੇ ਆ। ਉੱਥੇ ਕੋਈ ਪਹਿਲਾਂ ਅਜਿਹਾ ਪ੍ਰਬੰਧ ਨਹੀਂ ਸੀ। ਹੁਣ ਜੇ ਹੋ ਗਿਆ ਹੋਵੇ ਜਾਂ ਕੋਈ ਕਰ ਦੇਣ ਤੱਤੇ ਕਾ ਤਾਂ ਮੈਨੂੰ ਪਤਾ ਨਹੀਂ, ਪਰ ਫਿਲਹਾਲ ਕੋਈ ਇਹੋ ਜਿਹਾ ਵਾਜੇ ਨਾਲ ਹੀ ਉੱਥੇ ਕੀਰਤਨ ਆਮ ਜਿੱਦਾਂ ਪਹਿਲਾਂ ਚੱਲਦੀ ਉਹਦੀ ਟਰਡੀਸ਼ਨ ਉੱਦਾਂ ਹੀ ਸਿਖਾਇਆ ਜਾਂਦਾ ਸੀ। ਅਤੇ ਹਾਂ, ਇੱਕ ਅਦਾਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਜਦੋਂ ਬੀਬੀ ਜਗੀਰ ਕੌਰ ਦੂਜੀ ਵਾਰੀ ਪ੍ਰਧਾਨ ਬਣਿਆ ਅਤੇ ਇਹਨਾਂ ਨੇ ਪ੍ਰੋਫੈਸਰ ਕਰਤਾਰ ਸਿੰਘ, ਉਹਨਾਂ ਦਾ ਨਾਂ ਤਾਂ ਸੁਣਿਆ ਹੋਊਗਾ, ਪਦਮ ਸ਼੍ਰੀ, ਉਹ ਅਤੇ ਮੈਂ ਨਾਲ ਸੀਗਾ, ਡਾਕਟਰ ਗੁਰਨਾਮ ਸਿੰਘ। ਇਹ ਜਦੋਂ ਮੱਕੜ ਸਾਹਿਬ ਪ੍ਰਧਾਨ ਬਣੇ ਨਾ ਜੀ, ਉਦੋਂ ਇਹ ਇੱਕ ਇਹਨਾਂ ਦੇ ਮਨ 'ਚ ਆ ਗਈ ਵੀ ਤੰਤੀ ਸਾਜ਼ ਸ਼ੁਰੂ ਕਰਨੇ ਆ, ਤੰਤੀ ਸਾਜ਼ ਸ਼ੁਰੂ ਕਰਨੇ ਆ, ਇੱਕ ਸਾਜ਼ ਨਹੀਂ, ਤੰਤੀ ਸਾਜ਼ ਕਰਨੇ ਆ, ਪਰ ਕੀਤਾ ਇੱਕੋ ਹੀ। ਇਹਨਾਂ ਨੇ ਫਿਰ ਉਦੋਂ ਹਰਿਮੰਦਰ ਸਾਹਿਬ ਦੇ ਵਿੱਚ ਕੁਛ ਤੰਤੀ ਸੱਜਣ ਭਰਤੀ ਕਰ ਲਏ, ਜਿੱਦਾਂ ਤਾਊਸ ਵਜਾਉਣ ਵਾਲੇ, ਬਹੁਤ ਤਾਊਸ ਵਾਲੇ ਬਹੁਤ ਘੱਟ ਨੇ, ਆਮ ਤੌਰ 'ਤੇ ਦਿਲਰਬਾ ਅਤੇ ਆਪਣਾ ਦੂਸਰਾ ਸੁਰ ਮੰਡਲ ਅਤੇ ਆਪਣਾ ਤਾਊਸ ਵਾਲਾ ਵੀ ਇੱਕ ਦੋ ਹੈਗੇ ਨੇ। ਇਹ ਇਹਨਾਂ ਨੇ ਲੈ ਲਏ, ਕੁਛ ਤਾਨ ਪੂਰੇ 'ਤੇ ਹੁੰਦੇ ਆ। ਉਹ ਜਿਹੜੇ ਬੰਦੇ ਆ ਉਹ ਬਹੁਤ ਥੋੜ੍ਹੇ ਨੇ, ਬਹੁਤ ਥੋੜ੍ਹੇ। ਉਹ ਜਥਾ ਪੂਰਾ ਸੰਪੂਰਨ ਜਿਹੜਾ ਇੱਕ ਤਬਲੇ ਵਾਲਾ ਅਤੇ ਦੋ ਵਾਜੇ ਵਾਲੇ ਅਤੇ ਇੱਕ ਨਾਲ ਉਹਨਾਂ ਦੇ ਉਹ ਹੁੰਦਾ, ਉਹਨੂੰ ਤੁਸੀਂ ਤੰਤੀ ਸਾਜ਼ਾਂ ਨਾਲ ਨਹੀਂ ਕਹਿ ਸਕਦੇ ਪੂਰਾ ਕੀਰਤਨ, ਉਹ ਤਾਂ ਵਾਜੇ ਨਾਲ ਨਹੀਂ ਹੋ ਰਿਹਾ, ਉਹਦੀ ਕਈ ਵਾਰੀ ਆਵਾਜ਼ ਵੀ ਨਹੀਂ ਵਿੱਚ ਆਉਂਦੀ। ਜੇ ਤਬਲਾ ਤਾਂਤੀ ਸਾਜ਼ਾਂ ਨਹੀਂ ਹੁੰਦਾ ਫਿਰ ਗਾਂ ਤਬਲੇ ਨੂੰ ਜੇ ਬਾਹਰ ਕਰ ਦਿੱਤਾ ਜਾਂ ਤਬਲੇ ਨਾ ਤਾਲ ਕਹਿੰਦੇ ਸੁਰ ਅਤੇ ਤਾਲ ਹੁੰਦਾ, ਮਤਲਬ ਤਾਲ ਜੇ ਬਾਹਰ ਚਲ ਗਈ ਫਿਰ ਕਿਵੇਂ ਹੋਵੇਗਾ? ਇਸ ਸਵਾਲ ਤੁਹਾਡਾ ਬਹੁਤ ਹੀ ਜ਼ਬਰਦਸਤ ਅਤੇ ਮਾਕੂਲ ਸਵਾਲ ਆ। ਭਈ ਜੇ ਤੰਤੀ ਸਾਜ਼ਾਂ ਵਿੱਚ ਨਹੀਂ ਆਉਂਦਾ ਉਹ ਤਾਂ ਭੜਕ ਨੂੰ ਉਹਨੂੰ ਵੀ ਕੋਈ ਬੰਦਾ ਛਿੱਦਰ ਹੀ ਛੇੜਨੀ ਆ ਨਾ ਜੀ, ਕੋਈ ਪੁਆਇੰਟ ਹੀ ਖੜਾ ਕਰਨਾ ਨਾ, ਕੋਈ ਵੀ ਕਹਿ ਸਕਦਾ। ਅੱਛਾ, ਪਹਿਲਾਂ ਪਖਾਵਜੀ ਅੰਗ ਵਿੱਚ ਮਰਦੰਗ ਜਾਂ ਮਰਦੰਗਮ ਜਿਹਨੂੰ ਸਾਊਥ 'ਚ ਕਹਿੰਦੇ ਆ, ਸੁਰ ਸਾਥੀ ਆ, ਉਧਰ ਵੀ ਸਾਥੀ ਆ, ਆਪਣੇ ਵੀ ਸਾਥੀ, ਕਰਨਾਟਕਾ 'ਚ ਵੀ ਸਾਥੀ ਆ, ਇੱਥੇ ਵੀ ਉੱਤਰੀ ਭਾਰਤ 'ਚ ਸਾਥੀ ਆ, ਪਰ ਉਹਨਾਂ ਦੇ ਸਾਜ਼ ਹੋਰ ਨੇ। ਘਟਮ ਆ, ਮਰਦੰਗਮ ਆ, ਇਹ ਮਰਦੰਗ ਆਪਾਂ ਕਹਿ ਦਿੰਦੇ ਹਾਂ। ਇਹਦਾ ਜ਼ਿਕਰ ਵੀ ਦਸਮ ਪਾਤਸ਼ਾਹ ਨੇ ਕੀਤਾ। ਮਰਦੰਗ ਦੇ ਨਾਲ ਵੀ ਹੁੰਦਾ ਰਿਹਾ। ਪਖਾਵਜੀ ਅੰਗ ਨੂੰ ਅੱਜ ਕੱਲ੍ਹ ਉਹ ਮਰਦੰਗ ਦੀ ਜਗ੍ਹਾ ਉਹਨੂੰ ਤਬਲੇ ਨੂੰ ਵੀ ਪਖਾਵਜੀ ਅੰਗ ਬਣਾ ਲੈਂਦੇ ਆ, ਉਸ ਤਰ੍ਹਾਂ ਉਹਦੀ ਆਵਾਜ਼ ਕਰ ਲੈਂਦੇ ਆ ਅਤੇ ਉਹ ਇੱਕ ਸ਼ਬਦ ਉਹਦੇ ਨਾਲ ਪੜ੍ਹ ਦਿੰਦੇ ਆ। ਤੋ ਇਸ ਤਰ੍ਹਾਂ ਇਹ ਕ੍ਰਮ ਜਿਹੜਾ ਚੱਲਦਾ ਹੁੰਦਾ। ਪਰ ਜਿਹੜਾ ਤੁਸੀਂ ਕਿਹਾ ਨਾ, ਇਹ ਜਿਹੜੀ ਪ੍ਰੋਫੈਸਰ ਕਰਤਾਰ ਸਿੰਘ ਦੇ ਸਮੇਂ ਇੱਕ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਅਕੈਡਮੀ ਬਣਾਈ ਗਈ ਆ, ਉਹ ਮੈਂ ਕਹਿ ਸਕਦਾ ਕਿ ਨਿਸ਼ਚੇ ਹੀ ਬਹੁਤ ਵਧੀਆ ਕੰਮ ਕਰ ਰਹੀ ਆ। ਉਹਨੇ ਬਹੁਤ ਸਾਰੇ ਤੰਤੀ ਸਾਜ਼ ਵਾਦਕ ਪੈਦਾ ਕੀਤੇ ਆ, ਟ੍ਰੇਨ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਆ, ਅਤੇ ਜਿਹਨਾਂ ਦਾ ਮੈਂ ਨਾਂ ਲਿਆ ਉਹੋ ਹੀ ਉੱਥੇ ਸੇਵਾਵਾਂ ਨਿਭਾ ਰਹੇ ਆ। ਇੱਕ ਜਥਾ ਹੈ ਭਾਈ, ਉਹਨਾਂ ਦਾ ਨਾਂ ਸ਼੍ਰੀਪਾਲ ਸਿੰਘ, ਭਾਈ ਸ਼੍ਰੀਪਾਲ ਸਿੰਘ। ਤਿੰਨ ਜਣ ਹੁੰਦੇ ਨਾ ਜੀ, ਇੱਕ ਤਬਲੇ ਵਾਲਾ ਅਤੇ ਦੋ ਦੂਸਰੇ। ਉਹ ਆਪਣੇ ਆਪ ਵਿੱਚ ਜਥਾ
ਚੌਥੇ ਸਾਜ਼ੀ ਨੂੰ ਛੱਡ ਦਿਓ ਜਿਹੜਾ ਸ਼੍ਰੋਮਣੀ ਕਮੇਟੀ ਦਿੰਦੀ ਆ, ਉਹ ਆਪ ਵਜਾਉਂਦੇ ਆ ਸਰੰਦਾ ਅਤੇ ਨਾਲ ਵਾਲਾ ਵਜਾਉਂਦਾ ਉਹਨਾਂ ਦੇ ਤਾਊਸ, ਉਹ ਕਰਦੇ ਇਸ ਤਰ੍ਹਾਂ ਕੀਰਤਨ। ਇਸੇ ਤਰ੍ਹਾਂ ਪ੍ਰੋਫੈਸਰ ਅਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਕੁਛ ਬੰਦੇ ਐਸੇ ਜਿਹੜੇ ਲੁਕੇ ਬੈਠੇ ਆ ਜਿਹਨਾਂ ਨੂੰ ਲਾਈਮਲਾਈਟ 'ਚ ਲਿਆਉਣ ਦੀ ਲੋੜ ਆ। ਉਹ ਇੱਕ ਤੁਸੀਂ ਸੁਣਿਆ ਹੋਣਾ, ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਹੋਇਆ, ਦਲਿਤ ਚੇਤਨਾ ਜਿਹਨਾਂ ਨੇ ਪੈਦਾ ਕੀਤੀ ਆ, ਸੰਤ ਰਾਮ ਉਦਾਸੀ। ਸੰਤ ਰਾਮ ਉਦਾਸੀ ਜੀ ਦੇ ਸਕੇ ਭਰਾ ਮੇਰੇ ਨਾਲ ਹਮਜਮਾਤੀ ਰਹੇ ਗੁਰਦੇਵ ਸਿੰਘ ਕੋਇਲ, ਜਿਹੜੇ ਜਲੰਧਰ 'ਚ ਰਹਿੰਦੇ ਆ, ਬਹੁਤ ਵੱਡੇ ਲੋਕ ਫਨਕਾਰ ਆ। ਗੁਰਦੇਵ ਸਿੰਘ ਕੋਇਲ ਦਾ ਲੜਕਾ ਹੈ ਉਹ ਅਮਨਦੀਪ ਸਿੰਘ, ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵਿੱਚ ਪ੍ਰੋਫੈਸਰ ਆ। ਔਰ ਉਹ ਵੀ ਜਦੋਂ ਕੀਰਤਨ ਤੰਤੀ ਸਾਜ਼ਾਂ ਨਾਲ ਕਰਦਾ, ਖੁਦ ਉਹ ਦਿਲਰਬਾ ਵਜਾਉਂਦੇ ਨੇ ਅਮਨਦੀਪ ਸਿੰਘ, ਨਾਲ ਵਾਲਾ ਮੁੰਡਾ ਤਾਊਸ ਵਜਾਉਂਦਾ, ਅਤੇ ਤੀਜਾ ਪਖਾਵਜੀ ਹੈਗਾ, ਉਹ ਵੀ ਜਦੋਂ ਕੀਰਤਨ ਕਰਦੇ ਆ ਉਹ ਰੰਗ ਬੰਨ੍ਹ ਦਿੰਦੇ ਆ। ਉਹੋ ਜਿਹੇ ਜਥੇ ਹੁਣ ਕਹਿੰਦੇ ਸੀ ਜੀ ਵੀ ਹਫ਼ਤੇ 'ਚ ਹਾਲੇ ਇੱਕ ਵਾਰੀ ਹੋਇਆ ਕਰੂਗਾ, ਇੱਕ ਵਾਰੀ। ਅਤੇ ਸ਼ੁਰੂ ਕੀਤਾ ਸੀ ਕੱਲ੍ਹ ਭਾਈ ਜਸਵਿੰਦਰ ਸਿੰਘ ਨੇ ਕੀਰਤਨ ਕੀਤਾ ਸੀ, ਜਿਹੜੀ ਬਿਲਾਵਲ ਦੀ ਚੌਂਕੀ ਆ, ਆਸਾ ਦੀ, ਹਾਂਜੀ ਤਾਨਪੁਰੇ ਨਾਲ ਕੀਤਾ ਉਹਨਾਂ, ਹਾਂ ਤਾਨਪੁਰੇ ਨੇ ਕੀਤਾ। ਆਸਾ ਦੀ ਵਾਰ ਨਹੀਂ ਲਾਈ ਉਹਨਾਂ ਨੇ, ਆਸਾ ਦੀ ਵਾਰ 'ਚ ਵੀ ਉਹ ਕਰ ਸਕਦੇ ਆ, ਸਮਰੱਥ ਨੇ। ਇਸ ਕਰਕੇ ਇਹ ਮੈਂ ਸਮਝਦਾ ਕੋਈ ਵਿਵਾਦਾਂ ਵਿੱਚ ਤਾਂ ਇਸ ਤਰ੍ਹਾਂ ਭੜਕੇ ਹੋਰ ਗੱਲਾਂ। ਹੁਣ ਦੇਖੋ, ਇੱਕ ਰਾਗਮਾਲਾ ਦੇ ਬਾਰੇ ਵੀ ਵਿਵਾਦ ਚੱਲਦਾ। ਰਾਗਮਾਲਾ ਨੂੰ ਜਿਹੜੇ ਅਖੰਡ ਕੀਰਤਨ ਜਥੇ ਵਾਲੇ ਉਹ ਮੰਨਦੇ ਹੀ ਨਹੀਂ ਬਾਣੀ, ਉਹ ਕਹਿੰਦੇ ਜੀ ਰਚਨਾ ਹੀ ਨਹੀਂ ਗੁਰੂ ਸਾਹਿਬਾਨ ਦੀ। ਉਹ ਜਦੋਂ ਉਹ ਪੜ੍ਹਨ ਲੱਗਦੇ ਨਾ ਜੀ, ਉਹ ਉੱਠ ਕੇ ਚਲੇ ਜਾਂਦੇ ਉੱਥੋਂ। ਅੱਛਾ, ਹੁਣ ਜੇ ਰਾਗਮਾਲਾ ਨੂੰ ਗੁਰਬਾਣੀ ਮੰਨ ਵੀ ਲਈਏ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਜਾਂ ਗੁਰਮਤਿ ਸੰਗੀਤ ਪਰੰਪਰਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਜਿਹੜੀ ਪਹਿਲੀ ਬਾਣੀ ਆ ਨਾ ਜੀ, ਜਪਜੀ ਸਾਹਿਬ, ਉਹ ਰਾਗ ਮੁਕਤ ਆ, ਉਹ ਰਾਗ ਮੁਕਤ ਆ। ਉੱਥੋਂ ਸ਼ੁਰੂ ਹੁੰਦੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਉੱਥੇ ਰਾਗ। ਜਿਹੜਾ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਹੈ ਸ੍ਰੀ ਰਾਗ, ਰਾਗਾਂ ਸੇ ਰਾਗ ਸ੍ਰੀ ਰਾਗ। ਅਤੇ ਜੇ ਆਪਾਂ ਉਹਨੂੰ ਵੀ ਬਾਣੀ ਮੰਨ ਲਈਏ ਜਿਹੜੀ ਰਾਗਮਾਲਾ, ਅਤੇ ਉੱਥੇ ਉਹਦੇ ਨਾਲ ਐਂਟਾਇਰਲੀ ਕੰਟਰੇਰੀ ਆ। ਉੱਥੇ ਹੈਗਾ ਪ੍ਰਥਮ ਰਾਗ ਭੈਰੋ ਹੈ ਕਰੀ, ਉੱਥੇ ਉਹਨੂੰ ਪਹਿਲਾ ਰਾਗ ਭੈਰੋ ਮੰਨਿਆ ਗਿਆ, ਭੈਰੋ ਰਾਗ। ਅਤੇ ਇਸ ਤਰ੍ਹਾਂ ਫਰਕ ਪੈ ਗਿਆ ਨਾ ਜੀ। ਇਹ ਵੀ ਇੱਕ ਵਿਵਾਦ ਆ। ਤਾਂ ਇਸ ਕਰਕੇ ਵਿਵਾਦਾਂ ਨੂੰ ਨਜਿੱਠਣ ਦੀ ਲੋੜ ਆ, ਨਾ ਕਿ ਹੋਰ ਜਿਹੜੇ ਵਿਵਾਦ ਖੜੇ ਕਰਨੇ। ਬਹੁਤ ਸਾਰੇ ਸਵਾਲ ਉੱਠ ਰਹੇ ਆ ਕਿ ਕਹਿੰਦੇ ਵੀ ਜਿਨ੍ਹਾਂ ਨੂੰ ਤੰਤੀ ਸਾਜ਼ ਨਹੀਂ ਆਉਂਦੇ, ਚਲੋ ਔਖੇ ਆ, ਨਹੀਂ ਸਿੱਖੇ, ਜਿਹੜੇ ਮਾੜਾ ਮੋਟਾ ਰਾਗੀ ਜਥੇ ਆਪਣਾ ਰੋਜ਼ਗਾਰ ਚਲਾਉਂਦੇ ਆ, ਹਾਰਮੋਨੀਅਮ ਨਾਲ ਗਾਉਂਦੇ ਆ, ਕਹਿੰਦੇ ਉਹਨਾਂ ਨੂੰ ਵੀ ਫਿਕਰ ਪੈ ਗਿਆ ਹੁਣ ਵੀ ਉਹ ਕਿਤੇ ਬੇਰੁਜ਼ਗਾਰ ਤਾਂ ਨਹੀਂ ਹੋ ਜਾਣਗੇ। ਵੱਡਾ ਸਵਾਲ। ਬਿਲਕੁਲ ਤੁਹਾਡੀ ਉਹਨਾਂ ਨੇ ਇੱਕ ਮੰਗ ਰੱਖੀ ਆ ਕਿ ਘੱਟੋ ਘੱਟ ਵੀ 5 ਤੋਂ 7 ਸਾਲ ਪਰਫੈਕਟ ਤੰਤੀ ਸਾਜ਼ ਵਾਦਕ ਬਣਨ ਵਿੱਚ ਲੱਗਦੇ ਆ, ਅਤੇ ਉਹਨਾਂ 'ਚ ਸਾਨੂੰ ਕੀਰਤਨ ਕਰਨ ਦਿੱਤਾ ਜਾਵੇ। ਪਹਿਲਾਂ ਵੀ ਤਾਂ ਕਰਦੇ ਆ ਰਹੇ ਇੰਨੇ ਸਾਲਾਂ ਤੋਂ, 1947 ਤੋਂ ਲੈ ਕੇ ਹੁਣ ਤੱਕ ਦੇਖੋ ਕਿੰਨੇ ਸਾਲ ਹੋ ਗਏ, 100 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਅਤੇ ਇਸ ਕਰਕੇ 5 ਤੋਂ 7 ਸਾਲ ਦਾ ਸਮਾਂ ਲੱਗਦਾ। ਉਦੋਂ ਪਹਿਲਾਂ ਜੇ ਕੋਈ ਕਹੇ ਵੀ ਮੈਂ ਪਰਫੈਕਟ ਹੋ ਗਿਆ ਤੰਤੀ ਸਾਜ਼ਾਂ ਵਿੱਚ, ਇਹ ਬਹੁਤ ਜਿਹੜਾ ਔਖੀ ਗੱਲ ਹੈ। ਇਹ ਰਾਗੀਆਂ ਦੀ ਡਿਮਾਂਡ ਆ। ਉਹਨਾਂ ਨੇ ਕੱਲ੍ਹ ਮਤਾ ਵੀ ਪਾਸ ਕੀਤਾ, ਮੇਰਾ ਖਿਆਲ ਹੋਰ ਵੀ ਕਰਨਗੇ। ਪਰ ਪ੍ਰਧਾਨ ਧਾਮੀ ਸਾਹਿਬ ਦਾ ਅੱਜ ਫੇਰ ਬਿਆਨ ਆਇਆ ਕਿ ਅਸੀਂ ਪ੍ਰਤੀਬੱਧ ਹਾਂ, ਅਸੀਂ ਉਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਆ ਕਿ ਤੰਤੀ ਸਾਜ਼ਾਂ ਦਾ ਪ੍ਰਚਲਨ ਜਿਹੜਾ ਹਰਿਮੰਦਰ ਸਾਹਿਬ 'ਚ ਹੋਊਗਾ। ਔਰ ਪਰ ਉਹ ਲੰਮੀ ਡੋਰ ਛੱਡ ਦਿੱਤੀ ਆ। ਦੇਖੋ ਨਾ, ਉਹਦੇ ਵਿੱਚ ਹੀ ਉਹਨਾਂ ਨੇ ਇੱਕ ਲੈਕਸਿਟੀ ਦੇ ਦਿੱਤੀ ਆ। ਮੈਂ ਕਹਿੰਦਾ ਵੀ ਉਹਦੇ 'ਚ ਰਾਗੀ ਜਥਿਆਂ ਨੂੰ ਵੀ ਥੋੜ੍ਹਾ ਜਿਹਾ ਇਹ 'ਤੇ ਵੀ ਗੌਰ ਕਰਨਾ ਚਾਹੀਦਾ। ਦੇਖੋ ਨਾ, ਇੱਕ ਪੱਖ ਉਹਨਾਂ ਨੇ ਦੇ ਦਿੱਤਾ, ਸਮਾਂ ਖੁੱਲ੍ਹਾ ਦੇ ਦਿੱਤਾ। ਇਸ ਗੱਲ ਤੋਂ ਤਾਂ ਐਪਰੀਸ਼ੀਏਟ ਕਰਨਾ ਬਣਦਾ ਨਾ ਕਿ 3 ਸਾਲ ਵੀ ਤੁਹਾਡੇ 'ਤੇ ਇਮੀਡੀਏਟਲੀ ਕੋਈ ਖਤਰਾ ਨਹੀਂ। 3 ਸਾਲ 'ਚ ਤੁਸੀਂ, ਉਹ ਤਾਂ ਕਹਿੰਦੇ 6 ਸਾਲ ਲੱਗਦੇ ਆ। ਉਹ ਕਹਿੰਦੇ ਵੀ 3 ਸਾਲ ਦੇ ਵਿੱਚ ਤੁਸੀਂ ਜਿਹੜਾ ਉਹ ਆਪਣਾ ਸਮਾਂ ਹੈ ਇਹਨੂੰ ਵਧਾਇਆ ਵੀ ਜਾ ਸਕਦਾ ਕੋਈ ਜਾਂ। ਅੱਛਾ, ਫਿਰ ਇੱਕ ਹੋਰ ਆਉਂਦਾ ਭੜਕ ਨੂੰ, ਕੋਈ ਜੇ ਹੋਰ ਕਮੇਟੀ ਆ ਜਾਂਦੀ ਆ, ਚੋਣਾਂ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚਿਰਾਂ ਦੀਆਂ ਪੈਂਡਿੰਗ ਆ, ਕਾਫੀ ਸਾਲ ਦੀਆਂ ਪੈਂਡਿੰਗ ਆ, 10 ਸਾਲ ਦੀਆਂ। ਜੇ ਚੋਣਾਂ ਹੋ ਜਾਂਦੀਆਂ, ਜੇ ਕੋਈ ਇਸ ਤੋਂ ਵੱਖਰੀ ਵਿਚਾਰਧਾਰਾ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਜਾਂਦੀ ਆ,
ਉਹਦਾ ਕੀ ਫੈਸਲਾ ਹੋਊਗਾ ਇਹ ਆਪਾਂ ਹੁਣ ਦੇਖ ਸਕਦੇ ਹਾਂ। ਸ਼ਾਇਦ ਉਹਦਾ ਫੈਸਲਾ ਇਹਦੇ ਅੱਛਾ ਇਹਨੂੰ ਦੇਖਾ ਦੇਖੀ ਤੁਹਾਨੂੰ ਦੱਸਦੇ ਹਾਂ ਜਾਣਕਾਰੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ DGPC ਕਹਿੰਦੇ ਆ, ਉਹਨਾਂ ਨੇ ਵੀ ਇਹ ਫਰਮਾਨ ਜਾਰੀ ਕਰ ਦਿੱਤਾ ਭਈ ਇੱਥੇ ਦੇ ਜਿਹੜੇ ਦਿੱਲੀ ਜਥੇ ਆ ਹਜ਼ੂਰੀ ਜਥੇ ਉਹ ਵੀ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਨ। ਉੱਥੇ ਵੀ ਇਹਦਾ ਵਿਰੋਧ ਸ਼ੁਰੂ ਹੋ ਗਿਆ। ਵਿਰੋਧ ਕਿਉਂ ਹੁੰਦਾ? ਵਿਰੋਧ ਇਸ ਕਰਕੇ ਵੀ ਉਹ ਔਖਾ ਸਮਝਦੇ ਇਹਨੂੰ ਵੀ ਸਾਡੇ ਇੱਕਦਮ ਹੀ ਸਿਰ ਦੇ ਉੱਤੇ ਜਿੱਦਾਂ ਕਿਸੇ ਦੇ ਬਿਜਲੀ ਸਿਰ ਦੀ ਆ, ਇੱਕਦਮ ਜਿਹੜਾ ਕਿਸੇ ਚੀਜ਼ ਨੂੰ ਕਰਨਾ ਹੁੰਦਾ ਨਾ ਜੀ ਉਹ ਬਹੁਤ ਮੁਸ਼ਕਿਲ ਹੁੰਦਾ। ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏ, ਹਿੰਦੀ ਦਾ ਇੱਕ ਦੁਆ ਆ, ਸਹਿਜੇ ਸਹਿਜ ਪੈ ਕੇ ਸੋ ਮਿੱਠਾ ਹੋਏ, ਬਾਣੀ ਵੀ ਕਹਿੰਦੀ ਆ। ਜੇ ਤੁਸੀਂ ਇਹ ਤੋਂ ਵੀ ਸ਼ੁਰੂ ਕरें ਅਲਫ ਤੋਂ, ਅਤੇ ਹੌਲੀ ਹੌਲੀ ਤੁਸੀਂ ਸਾਰਾ ਹੀ ਅਲਫਾਬੈਟਿਕ ਜਿਹੜਾ ਉਹ ਤੁਸੀਂ ਉਹਦੇ 'ਚ ਪ੍ਰਵੀਨ ਹੋ ਜਾਓਗੇ। ਤੋ ਇਹ ਜਿਹੜਾ ਮੇਰਾ ਤਾਂ ਇਹ ਨਜ਼ਰੀਆ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ।